बिस्मिल्लाहिर्रहमानिर्रहीम अस्सलामुअलैकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको लाए हैं अंसर साहब के पास, जो कि बूरे, विहाड़ी, साहिवाल और तांदले की भैंसें रखते हैं। किसान भी हैं और व्यापार भी करते हैं। कमाल का तजर्बा रखते हैं फार्मिंग के बारे में, और ख़ासकर डेयरी फार्मिंग के बारे में, और ख़ासकर भैंसों की फार्मिंग के बारे में। भैंसों की नेचर को, उनकी सेहत को बड़े अच्छे से समझते हैं, और कैसे और कब कौन सा इलाज करना इनको बाखूबी पता है। आज की इस वीडियो में अंसर साहब भैंसों के किसानों को ज़बरदस्त टिप्स देंगे, जिनसे उनको भैंसों की फार्मिंग में हर तरह फ़ायदा होगा। लेकिन हमेशा की तरह आपकी मुलाकात उनसे करवाने से पहले याद करवाता चलूँ कि अगर आप हमारे चैनल पर नए हैं या अभी तक आपने चैनल सब्सक्राइब नहीं किया हुआ, और आप आइंदा भी ऐसी मज़ीद मालूमाती वीडियोस देखते रहना चाहते हैं, तो जल्दी से चैनल को सब्सक्राइब करके बेल आइकन दबाएं, ताकि हर नई बनने वाली वीडियो की इत्तला आप तक बर वक्त पहुँच सके और आप फार्मिंग से मुतल्लिक़ इतने मालूमात से फ़ायदा उठा सकें। तो चलें प्रॉपर इंटरव्यू स्टार्ट करते हैं। अस्सलाम वालेकुम। वालेकुम अस्सलाम। भाईजान की हाल चाल है? अल्लाह दा करम दुआ शुक्र है। भाईजान की ना अपना? अंसर अली जी। अंसर भाई है केड़ा इलाका है? ये जी 100 ਚੱਕ ਦਾ ਇਲਾਕਾ। कोई ऐसी गल जी तुसीं अपनी तरफों दसो जिहड़ी नवें किसानां दे काम आए, जिहड़े इस काम च आना चाहते हैं, जिहड़ी उन्होंने किसी नुकसान तो बचा छड़े, उन्होंने काम आए, अपनी तरफों दस दे तोहफा तुहानूं। मेरे दिन च मेरी जिंदगी च एक गल आई है कि ਜਿਹੜੀ मैं 20 किलो दुध ਦਿੰਦੀ ਹੈ ਬੰਦਾ ਉਹਨੂੰ ਚੋ ਕੇ ਮਾਰ ਛੱਡਦਾ, ਉਹਦਾ 1 ਰੁਪਈਆ ਫਾਇਦਾ ਨਹੀਂ। ਜਿਹੜੇ ਬੰਦੇ ਨੇ ਮਾਲ ਨੂੰ ਪੱਠੇ ਚੰਗੇ ਪਾਣੇ ਨੇ, ਵੰਡ ਚੰਗਾ ਪਾਣਾ, ਮਹੀਂ 7 ਮਹੀਨਿਆਂ ਦੀ ਸੂਈ ਹੈ, ਮਹੀਂ 8 ਮਹੀਨਿਆਂ ਦੀ ਸੂਈ ਹੈ, ਮੈਂ ਤਗੜੀ ਹੈ, ਬੱਜੀ ਸੋਹਣੀ ਲੱਗਦੀ, ਉਹਨੂੰ ਫਾਇਦਾ। ਜਿਹੜੇ ਬੰਦੇ ਪਾਣਾ ਕੁਛ ਨਹੀਂ, ਮਹੀਆਂ 15 ਰੱਖ ਛੜੇ, ਭਾਵੇਂ 20 ਰੱਖ ਛੜੇ, ਫਾਇਦਾ ਕੋਈ ਨਹੀਂ। ਮਹੀਆਂ 6 ਵੀ ਬੰਦਾ ਰੱਖ ਲੇ, ਮਾਲ ਨੂੰ ਪੱਠੇ ਚੰਗੇ ਪਾਇਓ, ਸਾਰੀ ਜ਼ਿੰਦਗੀ ਮਰਨ ਨਹੀਂ ਦਿੰਦੀਆਂ, ਨਾਲੇ ਦੁਆ ਵੀ ਦਿੰਦੀਆਂ ਨੇ, ਨਾਲੇ ਰਿਜ਼ਕ ਵੀ ਦਿੰਦੀਆਂ। ਜ਼ਬਰਦਸਤ ਭਾਈ। ਅੱਛਾ ਭਾਈ ਜਾਨ, ਇਹ ਦੱਸੋ ਕਿ ਮੱਝਾਂ ਦਾ ਕੰਮ ਅੱਛਾ ਹੁੰਦਾ ਹੈ, ਗਾਈਆਂ ਦਾ ਅੱਛਾ ਹੁੰਦਾ ਹੈ, ਜਾਂ ਦੋਵਾਂ ਨੂੰ ਮਿਕਸ ਕਰਕੇ ਰੱਖਣਾ ਅੱਛਾ ਹੁੰਦਾ ਹੈ? ਦੋਵਾਂ ਨੂੰ ਮਿਕਸ ਕਰਕੇ ਰੱਖਣਾ ਅੱਛਾ ਹੁੰਦਾ। ਉਹਦੇ 'ਚ ਕੀ ਵਾਧਾ ਹੈ? ਉਹਦੇ 'ਚ ਦੁੱਧ ਦੋਵਾਂ ਦਾ ਇੱਕ ਰੇਟ ਤੇ ਟੁੱਟ ਜਾਂਦਾ। ਅੱਜ ਕੱਲ੍ਹ ਕੀ ਰੇਟ ਮਿਲਦਾ ਪਿਆ? ਅਸੀਂ 85 ਰੁਪਏ ਕਿਲੋ ਦਿੰਦੇ ਜੀ। ਅੱਛਾ ਭਾਈ ਜਾਨ, ਇਹ ਦੱਸੋ ਤੁਹਾਡੇ ਜਾਨਵਰਾਂ ਦੀ ਸਾਰੇ ਦਿਨ ਦੀ ਰੂਟੀਨ ਕੀ ਹੈ? ਯਾਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਸੇਵਾ ਕਿਸ ਤਰ੍ਹਾਂ ਕਰਦੇ ਹੋ? ਕਿਸ ਟਾਈਮ ਕੀ ਪਾਉਂਦੇ ਹੋ? ਅਸੀਂ ਸਵੇਰ ਉੱਠ ਕੇ ਪਹਿਲਾਂ ਸਭ ਤੋਂ ਇਹਨਾਂ ਨੂੰ ਪਾੜਾ ਪਾਉਂਦੇ ਹਾਂ, ਪਾੜਾ ਪਾ ਕੇ ਇਹਨਾਂ ਦਾ ਦੁੱਧ ਝੋਨੇ ਵੰਡਾ ਪਾਉਂਦੇ ਹਾਂ। ਇੱਕ ਵਾਰੀ ਫੇਰ ਦੱਸੋ ਸ਼ੁਰੂ ਤੋਂ ਲੈ। 2 ਮਣ ਤੂੜੀ ਪਾਉਂਦੇ ਹਾਂ, 4 ਮਣ ਵੰਡਾ ਪਾਉਂਦੇ ਹਾਂ। ਠੀਕ ਹੈ। ਤੇ ਸਾਰੀ ਦਿਹਾੜੀ ਚੋਹ ਮਕਾਉਂਦੇ ਨੇ। ਉਸ ਤੋਂ ਬਾਅਦ ਅਸੀਂ 1 ਮਹੀਨੇ ਨੂੰ 10-10 ਸਿਰ ਚਰੀ ਦੇ ਪੱਠੇ ਪਾਉਂਦੇ। ਬਸ ਸਾਡੀ ਇਹ ਖੁਰਾਕ। ਤੇ ਚੁਆਈ ਕਿਸ ਟਾਈਮ ਕਰਦੇ ਹੋ? ਤੇ ਜਾਨਵਰ ਨੂੰ ਨਹਾਉਂਦੇ ਕਿਸ ਟਾਈਮ ਹੋ? ਕਿੰਨੀ ਦਫਾ ਨਹਾਉਂਦੇ ਹੋ? ਕਿਸ ਟਾਈਮ ਅੰਦਰ ਬੰਨ੍ਹਦੇ ਹੋ, ਕਿਸ ਟਾਈਮ ਬਾਹਰ ਬੰਨ੍ਹਦੇ? ਜਦੋਂ ਸਵੇਰੇ ਉੱਠਣਾ, ਧਾਰਾਂ ਕੱਢਣੀਆਂ ਨੇ, ਸਾਰਾ ਕੰਮ ਮਕਾਉਣਾ, ਫਿਰ ਗਤਾਵਾ ਕਰਨਾ ਇਹਨਾਂ ਦਾ ਕਰਕੇ, ਫਿਰ ਨਵਾ ਕੇ 1-1 ਮਹੀਨੇ ਨੂੰ ਅੰਦਰ ਬੰਨੀ ਜਾਣਾ। ਠੀਕ ਹੈ। 12 ਵਜੇ ਫਿਰ ਇੱਕ ਵਾਰੀ ਨਵਾਉਣੀਆਂ ਨੇ, ਤੇ ਸ਼ਾਮੀ ਫਿਰ ਅੰਦਰੋਂ 4 ਵਜੇ ਕੱਢਣ ਲੱਗੀਆਂ ਨਵਾਉਣੀਆਂ। ਠੀਕ ਹੈ। ਤੁਸੀਂ ਥੋੜੀ ਦੇਰ ਪਹਿਲੇ ਇੱਕ ਮਸਲਾ ਦੱਸ ਰਹੇ ਹੋ ਕਿ ਮੱਝ ਨੂੰ ਗਲਤ ਟਾਈਮ ਤੇ ਨਹਾਉਣ ਦਾ ਮਸਲਾ ਪੇਸ਼ ਆ ਗਿਆ ਸੀ। ਉਹ ਕਿਸ ਟਾਈਮ ਜਾਨਵਰ ਨੂੰ ਨਹੀਂ ਨਹਾਉਣਾ ਚਾਹੀਦਾ, ਔਰ ਉਹਦਾ ਕੀ ਨੁਕਸਾਨ ਹੋ ਸਕਦਾ? ਸੂਣ ਵਾਲਾ ਡੰਗਰ ਹੈ ਜੀ, ਬਿਲਕੁਲ ਤਿਆਰ ਹੈ। ਅੱਜ ਉਹਨੇ ਸੂ ਪੈਣਾ, ਉਹਨੂੰ ਬੰਦਾ ਬਾਰ-ਬਾਰ ਨਵਾਈ ਜਾਏ, ਉਹ ਠੰਡਾ ਹੋਈ ਜਾਏ। ਠੀਕ ਹੈ। ਉਹਦੇ ਵਾਸਤੇ ਸੂਣ ਦੇ ਵਿੱਚ ਮੁਸ਼ਕਲ ਬਣ ਜਾਏ। ਠੀਕ ਹੈ। ਹਾਂਜੀ। ਤੇ ਫਿਰ ਉਹਨੂੰ ਉਸ ਟਾਈਮ ਨਹੀਂ ਨਹਾਉਣਾ ਚਾਹੀਦਾ? ਨਹੀਂ ਨਹਾਉਣਾ ਚਾਹੀਦਾ। ਤੇ ਕਿਸ ਤਰ੍ਹਾਂ ਪਤਾ ਚੱਲਦਾ ਕਿ ਅੱਜ ਜਾਨਵਰ ਸੂਣ ਵਾਲਾ ਹੈ? ਹਰ ਜਿਹੜੇ ਬੰਦੇ ਨੇ ਮਾਲ ਰੱਖਿਆ, ਉਹਦਾ 10 ਸਾਲ ਦਾ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਕਿ ਮੇਰੀ ਮਹੀਂ ਅੱਜ ਪੱਠੇ ਨਹੀਂ ਖਾਂਦੀ, ਇਹ ਗੋਇਆ ਭੰਨ ਗਈ ਹੈ, ਇਹਦੇ ਆਰ ਸੂਣ ਵਾਲੇ ਨੇ ਅੱਜ ਸੂ ਪੈਣਾ, ਮੈਂ ਇਹਦੇ ਤੋਂ ਨਹਾਉਣ ਤੋਂ ਪਰਹੇਜ਼ ਰੱਖਾਂ। ਸੂਣ ਵਾਲੇ ਆਰਾਂ ਦੇ ਵਿੱਚ ਕਿਹੜੀ ਚੀਜ਼ ਸ਼ਾਮਲ ਹੈ? ਮੱਝ ਕੀ ਕਰਦੀ ਹੈ? ਮਹੀਂ ਬਹਿੰਦੀ, ਉੱਠਦੀ ਹੈ। ਠੀਕ ਹੈ। ਪੱਠੇ ਨਹੀਂ ਖਾਂਦੀ। ਠੀਕ ਹੈ। ਗੋਇਆ ਪਤਲਾ ਕਰ ਜਾਂਦੀ ਹੈ। ਠੀਕ ਹੈ। ਸਾਨੂੰ ਸਮਝ ਲੱਗ ਗਈ। ਸਹੀ ਹੋ ਗਿਆ। ਇੱਕ ਜਾਨਵਰ ਸਿਹਤਮੰਦ ਹੈ, ਦੁੱਧ ਦੇਣ ਵਾਲਾ ਜਾਨਵਰ ਹੈ, ਲੇਕਿਨ ਉਹ ਆਪਣੀ ਜਿਸਾਮਤ ਦੇ ਮੁਤਾਬਕ ਦੁੱਧ ਨਹੀਂ ਦੇ ਰਿਹਾ, ਤੇ ਉਹਦੇ ਵਾਸਤੇ ਕੀ ਹੁੰਦਾ ਹੱਲ? ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜੇ ਬੰਦਾ ਉਹਨੂੰ ਪੁੱਛੇ ਅੱਟਾਂ ਸੁੱਟੀਆਂ ਨੇ ਮਹੀਂ ਨੇ, ਠੀਕ ਹੈ, ਤੇ ਫਿਰ ਉਹ ਦੁੱਧ ਵੀ ਚੰਗਾ ਦੇਗੀ। ਠੀਕ ਹੈ। ਜਿਹੜੀ ਮਹੀਂ ਨੇ ਅੱਟਾਂ ਨਹੀਂ ਸੁੱਟੀਆਂ, ਉਹ ਸਮਝ ਲਓ ਸੂਈ ਨੇ। ਠੀਕ ਹੈ। ਉਹਨੂੰ ਜਦੋਂ 4 ਦਿਨ ਧਿਆਨ ਨਾਲ ਵੰਡਾ ਪਾ ਲਓਗੇ, 10-11 ਸਿਰਾਂ ਤੇ ਟੁਰ ਜਾਏਗੀ, ਜਰਾ ਪੋਲਾ ਕਰੋਗੇ, ਫਿਰ ਉਹ 6-7 ਸਿਰ। ਠੀਕ ਹੈ। ਤੇ ਉਹਦੀਆਂ ਅੱਟਾਂ ਸੁਟਾਉਣ ਵਾਸਤੇ ਕੀ ਕਰਨਾ ਚਾਹੀਦਾ ਸ਼ੁਰੂ ਤੋਂ? ਅਸੀਂ ਤੇ ਸਿਆਲ ਦਾ ਔਰ ਗਰਮੀਆਂ 'ਚ ਗੁੜ, ਗੰਡੇ, ਮਿਰਚਾਂ ਦੇ ਕੇ ਵੀ ਕੰਮ ਚਲਾ ਲਈਦਾ। ਨਾ ਚੱਲੇ ਗਲਕੰਦ ਦੇ ਲਈ ਦੀ ਵਿੱਚ ਚੀਨੀ ਪਾ ਲਈ ਦੀ। ਠੀਕ ਹੈ। ਸਿਆਲ 'ਚ ਅਸੀਂ ਸੁੰਡ, ਕੌੜ, ਤੁੰਮਾ, ਜਵੈਣ, ਹਾਲਿਓ, ਠੀਕ ਹੈ, ਮੋਟੀ ਇਲਾਚੀ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਲੈ ਲਈ ਦੀਆਂ ਨੇ, ਮਿਕਸ ਕਰਕੇ ਇੱਕ ਮਸਾਲਾ ਬਣਾ ਕੇ ਰੱਖ ਲਈਦਾ। ਜਿਹੜੀ ਮਹੀਂ ਨੂੰ ਦਿਲ ਕਰੇ ਸੂਣ ਵਾਲੀ ਨੂੰ, ਠੀਕ ਹੈ, ਸੂਈ ਨੂੰ ਦੇ ਕੇ ਤੇ ਆਪਣਾ ਉਹ ਮਸਾਲਾ ਸੂਣ ਵਾਲੀ ਮੱਝਾਂ ਵਾਸਤੇ ਠੀਕ ਹੈ? ਨਹੀਂ, ਸੂਈਆਂ ਵਾਸਤੇ। ਸੂਈਆਂ ਵਾਸਤੇ? ਹਾਂਜੀ। ਉਹਦੇ ਨਾਲ ਲੱਟਾਂ ਛੱਟਾਂ ਸਹੀ ਸੁੱਟ ਸਕਦੇ ਇਨਸ਼ਾਅੱਲਾ। ਅੱਲਾ ਦੇ। ਉਹ ਮਸਾਲਾ ਕਿਸ ਤਰ੍ਹਾਂ ਬਣਾਈਦਾ, ਕਿਹੜੀ ਚੀਜ਼ ਕਿੰਨੀ ਪਾਈਦੀ ਹੈ? ਉਹ ਆਪਣੇ ਹਿਸਾਬ ਨਾਲ ਅਸੀਂ ਲੈ ਲੈਂਦੇ ਹਾਂ ਕਿ
ਤਕਰੀਬਨ ਭਾਵੇਂ ਹਾਂ ਮੰਨ ਲੈ ਲਿਆ ਹਾਂ ਉਹ ਰੱਖ ਦਿੱਤਾ 1 ਮਈ ਨੂੰ ਪਾ ਤੋਂ ਵੱਧ ਨਹੀਂ ਦੇਣਾ 1 ਮਈ ਨੂੰ ਪਾ ਤੋਂ ਵੱਧ ਉਹ ਸਾਰੀ ਚੀਜ਼ਾਂ ਭਿਆ ਕੇ ਅਸੀਂ ਰੱਖ ਲੈਨੇ ਆ ਕੋਲ ਹਾਂ ਹਾਂ ਤੇ 1 ਮਈ ਨੂੰ ਪਾ ਤੋਂ ਵੱਧ ਨਹੀਂ ਤੇ ਸਾਰੀ ਚੀਜ਼ਾਂ ਬਰਾਬਰ ਮਿਕਦਾਰ ਚ ਪਾਣੀਆਂ ਨੇ ਨਹੀਂ ਕੋਈ ਵੱਧ ਵੀ ਹੁੰਦੀਆਂ ਨੇ ਹਾਲਿਓਂ ਵਿੱਚ ਕੋਈ 5 ਕਿਲੋ ਹੋ ਜਾਂਦੀ ਹੈ ਠੀਕ ਹੈ ਕਾਲੀਆਂ ਮਿਰਚਾਂ ਕਿਲੋ ਹੋ ਜਾਂਦੀਆਂ ਨੇ ਮੋਟੀ ਇਲਾਚੀ ਜਵੈਣ 2-2.5 ਕਿਲੋ ਹੋ ਜਾਂਦੀ ਸੌਂਫ ਵੱਧ ਕਰ ਲਈਦੀ ਠੀਕ ਹੈ ਹਾਂਜੀ ਤੇ ਬਾਕੀਆਂ ਦੇ ਵੀ ਦੱਸ ਦਿਓ ਬਾਕੀ ਕੋ ਆਪਣੇ ਮਾਲ ਦੇ ਹਿਸਾਬ ਨਾਲ ਹੁੰਦਾ ਨਾ ਡੰਗਰ ਨੂੰ ਸਾਰੀਆਂ ਚੀਜ਼ਾਂ ਰਲਾ ਕੇ ਪਾਈਆ ਹੋਣੀ ਚਾਹੀਦੀ ਠੀਕ ਹੈ ਇਹ ਰਗੜ ਕੇ ਦੇਈਦੀਆਂ ਨੇ ਨਹੀਂ ਇਹ ਉੱਥੋਂ ਮਸ਼ੀਨ ਤੋਂ ਪਿਆ ਲਈਦੀਆਂ ਨੇ ਕਿਸੇ ਡੰਗਰ ਨੂੰ ਪਿੰਨੀ ਬਣਾ ਕੇ ਗੁੜ 'ਚ ਦੇ ਦੇਈਦੀਆਂ ਨੇ ਕਿਸੇ ਡੰਗਰ ਨੂੰ ਕਾੜਾ ਬਣਾ ਕੇ ਦੇ ਠੀਕ ਹੋ ਗਿਆ ਜ਼ਬਰਦਸਤ ਤੁਸੀਂ ਦੱਸ ਰਹੇ ਹੋ ਅੱਗੇ ਥੋੜੀ ਦੇਰ ਪਹਿਲੇ ਕਿ ਮੱਝ ਨੂੰ ਅਸੀਂ ਲੂਣ ਤੇ ਚੀਨੀ ਦਿੱਤੀ ਹੈ ਉਹ ਕਿਸ ਮਕਸਦ ਵਾਸਤੇ ਦਿੱਤੀ ਹੈ ਔਰ ਆਇੰਦਾ ਉਹਦੇ ਵਾਸਤੇ ਤੁਹਾਨੂੰ ਕੀ ਟ੍ਰੀਟਮੈਂਟ ਕਰਨਾ ਹੈ ਮੈਂ ਇਹਨੂੰ ਸੂਈ ਨੂੰ 2-3 ਦਿਨ ਹੋਏ ਨੇ ਅੱਜ ਤੀਸਰਾ ਦਿਨ ਹੈ ਠੀਕ ਹੈ ਤੇ ਉਹ ਮੈਂ ਜਦੋਂ ਬਹਿੰਦੀ ਉਦੋਂ ਵੇਖਣਾ ਉਹ ਥੋੜਾ ਜਿਹਾ ਗੰਦ ਸੁੱਟਦੀ ਰਹਿੰਦੀ ਠੀਕ ਹੈ ਮੁੰਡੇ ਨੂੰ ਪੁੱਛਿਆ ਮੈਂ ਇਹਨੇ ਜੇਰ ਸੁੱਟ ਛੜੀ ਉਹਨੇ ਕਿਹਾ ਮੇਰੇ ਸਾਹਮਣੇ ਸੁੱਟੀ ਮੈਂ ਉਹਨੂੰ ਦੇ ਦਿੱਤਾ ਲੂਣ ਤੇ ਚੀਨੀ ਉੱਤੋਂ ਅੱਧਾ ਕਿਲੋ ਤੇ ਨਪਾ ਗੰਢੇ ਕਿ ਚਲੋ ਜੇ ਕੋਈ ਸ਼ੈ ਅੰਦਰ ਹੋਈ ਤੇ ਸਾਫ਼ ਸੂਫ ਹੋ ਜਾਏਗੀ ਠੀਕ ਹੈ ਇਸ ਵਾਸਤੇ ਉਸ ਤੋਂ ਬਾਅਦ ਉਹਦੀ ਆਟਾ ਸਟਾਉਣ ਵਾਸਤੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਕੁਝ ਦੇਣਾ ਅਸੀਂ ਆਟਾ ਮੈਂ 14 ਦਿਨਾਂ ਬਾਅਦ ਆਟਾ ਸੁੱਟਣੀਆਂ ਬੰਦ ਕਰ ਦਈਏ ਠੀਕ ਹੈ ਇਹ ਸ਼ੁਰੂ ਕਰ ਦਈਏ ਠੀਕ ਹੈ ਉਦੋਂ ਜਾ ਕੇ ਕੋਈ ਗੁੜ ਲੂਣ ਜਵੈਣ ਮਿਰਚਾਂ ਜੋ ਡੰਗਰ ਦੀ ਨਿਸਬਤ ਹੋਏ ਕੋਈ ਗਰਮੀ ਵਾਲਾ ਹੁੰਦਾ ਉਹਨੂੰ ਸਾਨੂੰ ਦਹੀਂ ਤੇਲ ਵੀ ਦੇਣਾ ਪੈਂਦਾ ਜਿਹੜਾ ਕੋਈ ਬਾਈਬਾਦੀ ਵਾਲਾ ਹੋਏ ਉਹਨੂੰ ਜਵੈਣ ਗੁੜ ਲੂਣ ਦਿੱਤਿਆਂ ਵੀ ਸੁੱਟ ਛੱਡਦੇ ਠੀਕ ਹੈ ਸਹੀ ਹੋ ਗਿਆ ਯਾਨੀ ਜਾਨਵਰ ਦੀ ਨੇਚਰ ਦੇ ਮੁਤਾਬਕ ਹਾਂਜੀ ਤੇ ਇਹ ਕੀ ਨਿਸ਼ਾਨੀ ਹੁੰਦੀ ਹੈ ਕਿ ਪਤਾ ਚੱਲੇ ਕਿ ਇਹ ਜਾਨਵਰ ਗਰਮੀ ਵਾਲਾ ਹੈ ਤੇ ਇਹ ਜਾਨਵਰ ਬਾਈਬਾਦੀ ਵਾਲਾ ਹੈ ਪਤਾ ਇੱਥੋਂ ਹੀ ਲੱਗਦਾ ਕਿ ਇੱਕ ਮਈ ਬਾਈਬਾਦੀ ਵਾਲੀ ਉਹਨੂੰ ਅਸੀਂ ਗਰਮ ਸੌਦਾ ਕੋਈ ਵੀ ਦਿੰਦੇ ਆ ਮਿਰਚਾਂ ਦੇ ਦਿੰਦੇ ਆ ਮੁੱਠ ਗੰਢੇ ਦੇ ਦਿੰਦੇ ਆ ਠੀਕ ਹੈ ਉਹ ਦੁੱਧੋਂ ਠੀਕ ਹੋ ਜਾਂਦੀ ਹੈ ਪੱਠੇ ਹੋਰ ਚੰਗੇ ਖਾਣ ਲੱਗ ਪੈਂਦੀ ਹੈ ਜੇ ਉਹਨੂੰ ਗਰਮੀ ਹੈ ਤੇ ਅਸੀਂ ਉਹਨੂੰ ਕੋਈ ਗਰਮ ਸ਼ਾਇਦ ਦਿੰਦੇ ਆ ਪੱਠੇ ਘਟਾਈ ਜਾਂਦੀ ਹੈ ਦੁੱਧ ਵੀ ਘਟਾਈ ਜਾਂਦੀ ਹੈ ਅਸੀਂ ਉਹ ਨਹੀਂ ਦਿੰਦੇ ਅਗਲੇ ਦਿਨ ਹੋਰ ਫਿਰ ਉੱਥੋਂ ਪਤਾ ਲੱਗ ਜਾਂਦਾ ਹੈ ਮਾਲ ਮੇਰਾ ਗਰਮੀ ਵਾਲਾ ਹੈ ਮੇਰੀ ਸਰਦੀ ਵਾਲੀ ਹੈ ਬਾਈ ਵਾਲੀ ਠੀਕ ਹੈ ਅੱਛਾ ਇਹ ਦੱਸੋ ਕਿ ਕੋਈ ਬੰਦਾ ਮੱਝ ਖਰੀਦਣਾ ਚਾਹੇ ਤੇ ਉਹਨੂੰ ਮੱਝ ਦੀ ਕਿਹੜੀ ਚੀਜ਼ ਵੇਖ ਕੇ ਮੱਝ ਖਰੀਦਣੀ ਚਾਹੀਦੀ ਹੈ ਮਈਆਂ ਦੀਆਂ ਰੱਬ ਦੀਆਂ ਨੇ ਸਾਰੀਆਂ ਅੱਲਾ ਪਾਕ ਨੇ ਭੇਜੀਆਂ ਨੇ ਠੀਕ ਹੀ ਨੇ ਸਾਰੀਆਂ ਮਈਆਂ ਹੀ ਨੇ ਠੀਕ ਹੈ ਉਂਝ ਮਈਆਂ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਜਿਹਦੇ 'ਚ ਅਸੀਂ ਵੇਖ ਲੈਂਦੇ ਹਾਂ ਮੈਂ ਕਾਲੀ ਹੋਏ ਅੱਖ ਬਿੱਲੀ ਹੋਏ ਪੂੜੇ ਪੁੱਠੇ ਸਿੱਧੇ ਹੋਣ ਧੁੰਨੀ ਕੋਲੀ ਨਾ ਹੋਏ ਥਣ ਮੋਠ ਨਾ ਹੋਏ ਸਾਰਿਆਂ ਪਾਸੇ ਚੰਗੀ ਹੁੰਦੀ ਹੈ ਠੀਕ ਹੈ ਪੂੜੇ ਕਿਹਨੂੰ ਕਹਿੰਦੇ ਨੇ ਇਹ ਜਿਹੜੀ ਬਾਡੀ ਹੁੰਦੀ ਹੈ ਮੈਂ ਅੱਛਾ ਇਹ ਪੁੱਠੇ ਸਿੱਧੇ ਨਹੀਂ ਹੋਣੇ ਚਾਹੀਦੇ ਡਿੱਗੇ ਹੁੰਦੇ ਨੇ ਕਈਆਂ ਜਿਹੜੀ ਚੰਗੀ ਮੈਂ ਉਹਦੇ ਸਿੱਧੇ ਹੋਣਗੇ ਮੈਂ ਖਲੋਤੀ ਸੋਹਣੀ ਲੱਗੇਗੀ ਸਹੀ ਹੈ ਯਾਨੀ ਉਸ ਕੋ ਬਣਾ ਹੋਏ ਹਾਂਜੀ ਬਾਡੀ ਮੈਂ ਦੀ ਸੋਹਣੀ ਹੋਏ ਧੁੰਨੀ ਕੋਲੀ ਨਾ ਹੋਏ ਥਣ ਮੋਠ ਹੋਣ ਵਿਰਲਾ ਹੋਣ ਠੀਕ ਹੈ ਉਹ ਸਾਰੇ ਪਾਸੇ ਚੰਗੀ ਹੁੰਦੀ ਸਹੀ ਹੋ ਗਿਆ ਤੁਸੀਂ ਇਹ ਤਾਂ ਤੁਸੀਂ ਖਰੀਦਣ ਵਾਸਤੇ ਨਿਸ਼ਾਨੀਆਂ ਦੱਸ ਛੜੀਆਂ ਨੇ ਹੁਣ ਇਹ ਦੱਸੋ ਕਿ ਮੱਝ ਮੰਡੀਆਂ 'ਚੋਂ ਖਰੀਦਣੀ ਬਿਹਤਰ ਰਹਿੰਦੀ ਹੈ ਡੇਰਿਆਂ 'ਤੋਂ ਖਰੀਦਣੀ ਬਿਹਤਰ ਰਹਿੰਦੀ ਹੈ ਘਰਾਂ 'ਚੋਂ ਵੀ ਖਰੀਦ ਲਈਦੀਆਂ ਨੇ ਪਿੰਡਾਂ 'ਚੋਂ ਮੰਡੀਆਂ 'ਚੋਂ ਵੀ ਉਹ ਆਪੋ ਆਪਣੀ ਸਮਝ ਦੀ ਗੱਲ ਹੁੰਦੀ ਹੈ ਦੂਜੀ ਆਪਣੇ ਨਸੀਬ ਦੀ ਸਭ ਤੋਂ ਵੱਡੀ ਗੱਲ ਹੈ ਆਪਣੇ ਨਸੀਬ ਤੇ ਜਦੋਂ ਮੈਂ ਤੇ ਜਦੋਂ ਲੈਣਾ ਤੇ ਇਹ ਜ਼ਿਹਨ 'ਚ ਰੱਖਣਾ ਜੋ ਮੇਰੇ ਮਾਲਕ ਨੂੰ ਮਨਜ਼ੂਰ ਠੀਕ ਹੈ ਤੇ ਮੈਨੂੰ ਇਨਸ਼ਾਅੱਲਾ ਜਿਹੜੀ ਵੀ ਲੈਣਾ ਬਹੁਤ ਸੋਹਣੀ ਰਹਿ ਜਾਂਦੀ ਹੈ ਅੱਲਾਹ ਪਾਕ ਖੈਰ ਕਰੇ ਜਿਹੜਾ ਅੱਲਾਹ ਤੇ ਟਰਸਟ ਕਰਦਾ ਅੱਲਾਹ ਤਾਲਾ ਉਹਦੀ ਆਪ ਮਦਦ ਕਰ ਦਿੰਦਾ ਨੇ ਇਹ ਨਹੀਂ ਕਦੇ ਜ਼ਿਹਨ 'ਚ ਆਇਆ ਕਿ ਮੈਂ ਬੜਾ ਹੁਸ਼ਿਆਰ ਹਾਂ ਤੇ ਤਾਂ ਮੈਂ ਹੀ ਲੈ ਲੈਣਾ ਨਹੀਂ ਮਾਲਕ ਦੇਣ ਵਾਲਾ ਉਹ ਦੇ ਦਿੰਦਾ ਸਹੀ ਹੈ ਵੰਡਾ ਦੁੱਧ ਦੇਣ ਵਾਲੇ ਜਾਨਵਰ ਨੂੰ ਕਿਹੜਾ ਪਾਣਾ ਚਾਹੀਦਾ ਹੈ ਔਰ ਕਿੰਨਾ ਪਾਣਾ ਚਾਹੀਦਾ ਹੈ ਉਹ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਜੀ ਤੁਹਾਡੀ ਸੋਚ ਕੋਈ ਬੰਦਾ ਉਹ ਬਣਿਆ ਪਾਉਂਦਾ ਜਿਹੜਾ ਨੈਸ਼ਨਲ ਦਾ ਕੀ ਇਹਨੂੰ ਆਖਦੇ ਨੇ ICI ਦਾ ਕੋਈ ਰੋਟੀਆਂ ਪਾਉਂਦੇ ਨੇ ਮੈਂ ਵੰਡਾ ਪਾਉਂਦਾ ਵਡੇਵਿਆਂ ਦੀ ਖਾਲ ਕੌੜੀ ਖਾਲ ਮਸਰਾਂ ਦੀ ਸੂੜੀ ਦੇ ਚੋਕਰ ਠੀਕ ਹੈ ਤੇ ਸਦਾ ਤੋਂ ਹੀ ਪਾਉਂਦਾ ਤੇ ਕਿੰਨਾ ਪਾਉਂਦੇ ਇੱਕ ਜਾਨਵਰ ਮੈਂ ਇੱਕ ਡੰਗਰ ਨੂੰ 5 ਕਿਲੋ ਵੀ ਪਾ ਦਿੰਦਾ 6 ਕਿਲੋ ਵੀ ਪਾ ਦਿੰਦਾ ਠੀਕ ਹੈ ਦੋਵਾਂ ਟਾਈਮਾਂ ਦਾ ਹੀ ਇੱਕ ਟਾਈਮ ਦੋਵਾਂ ਮੈਂ ਆਪਣੀ ਜ਼ਿੰਦਗੀ 'ਚ ਮਾਲ ਨੂੰ ਵੰਡ ਹੀ ਇੱਕ ਟਾਈਮ ਪਾਇਆ ਠੀਕ ਹੋ ਗਿਆ ਕਿਸ ਟਾਈਮ ਪਾਉਂਦੇ ਹੋ ਸਵੇਰ ਧਾਰਾਂ ਕੱਢਣ ਤੋਂ ਬਾਅਦ ਠੀਕ ਹੈ ਤੇ ਪੂਰੇ ਦਿਨ 'ਚ ਧਾਰ ਕਿੰਨੇ ਵਜੇ ਕੱਢਦੇ ਹੋ ਸਵੇਰ ਕਿੰਨੇ ਵਜੇ ਪਿਛਲੇ ਟਾਈਮ ਸਵੇਰੇ 6 ਵਜੇ 5:30 ਵਜੇ ਸ਼ੁਰੂ ਹੋ ਜਾਂਦੇ ਸ਼ਾਮੀ 4 ਵਜੇ ਸ਼ੁਰੂ ਹੋ ਜਾਂਦੇ ਠੀਕ ਹੈ ਤੁਹਾਡਾ ਜਿਹੜਾ ਜਾਨਵਰ ਸਭ ਤੋਂ ਜ਼ਿਆਦਾ ਦੁੱਧ ਦਿੰਦਾ ਉਹ ਕਿੰਨਾ ਦਿੰਦਾ ਦਿਨ 'ਚ ਦੋਵਾਂ ਟਾਈਮਾਂ ਦਾ ਹਾਂ 12 ਕਿਲੋ 13 ਕਿਲੋ 14 ਕਿਲੋ ਗਾਂ ਇੱਕ 15 ਕਿਲੋ ਵੀ ਕਰਦੀ ਹੈ ਬਾਕੀ ਜਿਹੜਾ ਬੰਦਾ ਕਹਿੰਦਾ ਮੇਰੀ 16-18 ਕਿਲੋ ਕਰੀ ਸਾਰੀਆਂ ਮਈਆਂ ਨਹੀਂ ਕਰਦੀਆਂ ਤੇ ਕੁਝ ਕਰਦੀਆਂ ਵੀ ਹੈ ਤੇ ਉਂਝ 12-13 ਕਿਲੋ ਦੁੱਧ ਮਹੀਂ ਦਾ ਬਹੁਤ ਵੱਡਾ ਦੁੱਧ ਹੁੰਦਾ ਠੀਕ ਹੈ ਤੁਹਾਡਾ ਮਾਸ਼ਾਅੱਲਾ ਬੜਾ ਤਜਰਬਾ ਹੈ ਮੱਝਾਂ ਦੇ ਕੰਮ 'ਚ ਤੁਸੀਂ ਇਹ ਦੱਸੋ ਕਿ ਮੱਝਾਂ ਦਾ ਕੰਮ ਫਾਇਦਾਮੰਦ ਹੈ ਜਾਂ ਨੁਕਸਾਨਦੇਹ ਹੈ ਵੇਖੋ ਜੀ ਸਾਨੂੰ ਕਿਸੇ ਦਾ ਨਹੀਂ ਪਤਾ ਸਾਨੂੰ ਤੇ ਮਾਲਕ ਨੇ ਇਹਦੇ ਵਿੱਚੋਂ ਰਿਜ਼ਕ ਦਿੱਤਾ ਬੱਚੇ ਪਾਲਨੇ ਆ ਪਿਆਰੇ ਲੱਗੇ ਆ ਸਾਨੂੰ ਤੇ ਇਹ ਹੀ ਚੰਗਾ ਲੱਗਦਾ ਤੁਹਾਨੂੰ ਫਾਇਦਾਮੰਦ ਲੱਗਦਾ ਹਾਂਜੀ
यानी अच्छा काम है, कोई याद ऐसी गल नहीं है। हाँ नहीं, बड़ा सोहना अल्लाह पाक का शुक्र है, लख ते हज़ार बारी अपने काम नारे लगे हैं, किसी को गाला नहीं खाते, दाबे नहीं खाते। जबरदस्त। एक मज का रोजाना का कितना खर्च हो जाता पट्ठियां पुट्ठियां और मजदूरी से? चंगे पट्ठे पाओ तो चंगा वंडा पाओ, मैं तो 300-350 रुपया खर्च है। ठीक है। चंगे पट्ठे और चंगा वंडा पा के फिर मझ कितना दुध दे छड्डी? 12 किलो। 12 किलो। ठीक है, जबरदस्त सर, तुसी बड़ी मालूमात दित्तियां ने। ए दसो कि आम रूटीन च तुसी केड़ा ना लूण मसाला दिंदे हो, ओहदे च केड़ी चीज़ शामिल करदे हो और किन्ने दिनां बाद दिंदे हो? बहुत ज़्यादा तो असीं दादड़ मरचां देने आ लाल। ठीक है। वो दूजे चौथे दिन इंशाअल्लाह हर हाल च अहां देनियां होंदियां ने, एक महीने एक पीने। अगों जिहड़ी कोई मैं सूवे ਜਿਹੜੀ ਕੋਈ ਹੋਰ ਨੁਕਸ ਅੱਲਾ ਪਾ ਖੈਰ ਕਰੇ, ਮਾਲਕ ਹਰ ਇੱਕ ਤੇ ਫਜ਼ਲ ਕਰੇ, ਉਹਨੂੰ ਫਿਰ ਆਪਣੇ ਦੇਣ ਦੇ ਮੁਤਾਬਕ ਮਾਲਕ ਜਿਹਦੇ ਨਾਲ ਸ਼ਫਾ ਦੇ ਦੇ, ਉਹ ਵੀ ਅੱਲਾ ਦੇ ਹੁਕਮ ਨਾਲ ਹੀ ਦੇ ਦੀ ਜੀ। ਠੀਕ ਹੈ। ਮੱਝਾਂ ਕਿਹੜੇ ਇਲਾਕੇ ਦੀਆਂ ਅੱਛੀਆਂ ਹੁੰਦੀਆਂ ਨੇ? ਮਈਆਂ ਬੂਰੇ ਵਿਆੜੀ ਦੀ ਵੀ ਅੱਛੀ ਹੈ, ਸਾਹੀਵਾਲ ਦੀ ਵੀ, ਤਾਂਦਲੇ ਦੀ ਵੀ। ਇਹਨਾਂ ਇਲਾਕਿਆਂ ਦੀ ਮੱਝਾਂ ਅੱਛੀਆਂ ਨੇ। ਹਾਂਜੀ। ਤੇ ਜਿਹੜੇ ਆਮ ਨਵੇਂ ਬੰਦੇ ਖਰੀਦਣਾ ਚਾਹਣ ਤਾਂ ਅੱਡਿਆਂ 'ਚ ਜਾ ਕੇ ਉਹਨਾਂ ਇਲਾਕਿਆਂ ਦੀ ਮੱਝਾਂ ਉਹਨਾਂ ਨੂੰ ਮਿਲ ਜਾਂਦੀਆਂ ਜਾਂ ਉਹਨਾਂ ਇਲਾਕਿਆਂ 'ਚ ਜਾ ਕੇ ਲਿਆਉਣ ਖੁਦ? ਮੈਂ ਕਿ ਮੰਡੀਆਂ ਮਿਲ ਜਾਣ। ਨਹੀਂ, ਮੇਰਾ ਕਹਿਣ ਦਾ ਮਤਲਬ ਕਿ ਡੇਰੇ ਵੀ ਬਣੇ ਨਾ ਮੱਝਾਂ ਵੇਚਣ ਵਾਸਤੇ। ਫਰਜ਼ ਕਰੋ ਸਿਆਲਕੋਟ ਕੋਈ ਬੰਦਾ ਚਾਹੁੰਦਾ ਹੈ ਉਹ ਤਾਂਦਲੇ ਦੀ ਮੱਝ ਜਾਂ ਬੂਰੇ ਵਿਹਾੜੀ ਦੀ ਮੱਝ ਲੈਣਾ ਚਾਹੁੰਦਾ ਹੈ, ਉਹ ਅੱਡਿਆਂ 'ਤੇ ਜਾ ਕੇ ਲਿਆਏ ਜਾ ਕੇ ਜਾਂ ਉਹਨਾਂ ਸ਼ਹਿਰਾਂ 'ਚ ਜਾਏ? ਉਹ ਲੈਣ ਵਾਲੇ ਨੂੰ ਭਾਜੀ ਸਾਰਾ ਪਤਾ ਹੁੰਦਾ, ਮੈਂ ਉੱਥੋਂ ਆਈਏ, ਇਹ ਉੱਧਰ ਦਾ ਬੰਦਾ ਹੈ, ਅਸੀਂ ਇੱਧਰ ਦੇ ਹਾਂ, ਸਾਡੀ ਤੇ ਉਹਨਾਂ ਦੀ ਬੋਲੀ ਦਾ ਹੀ ਬੜਾ ਫਰਕ ਹੈ। ਜ਼ਬਰਦਸਤ ਭਾਈ, ਬਹੁਤ ਸ਼ੁਕਰੀਆ ਭਾਈ, ਤੁਸੀਂ ਬਹੁਤ ਕੀਮਤੀ ਗੁਫ਼ਤਗੂ ਕੀਤੀ ਹੈ, ਤੁਹਾਡਾ ਬਹੁਤ ਸ਼ੁਕਰੀਆ। ਮਿਹਰਬਾਨੀ। अस्सलाम वालेकुम।